ਇੱਥੇ ਪਹੁੰਚੇ ਸਾਰੇ ਟੀਚਰ ਸਹਿਬਾਨ ਤੇ ਸਟੂਡੈਂਟਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਸ ਕਵੀ ਦਰਬਾਰ ਵਿੱਚ ਸਾਡੇ ਕਾਲਜ ਦੇ ਹਰਮਨ ਪਿਆਰੇ ਪ੍ਰਿੰਸੀਪਲ ਸਾਹਿਬ ਪਹੁੰਚੇ ਹਨ ਤੇ ਅਸੀਂ ਉਹਨਾਂ ਦਾ ਆਇਆਂ ਦਾ ਬਹੁਤ ਬਹੁਤ ਜੀ ਆਇਆਂ ਕਰਦੇ ਹਾਂ। ਤੇ ਨਾਲ ਬੈਠੇ ਨੇ ਡਾਕਟਰ ਹਰਵਿੰਦਰ ਕੌਰ ਮੈਮ ਤੇ ਟੀਚਰ ਸਹਿਬਾਨ। ਇਹਨਾਂ ਤੋਂ ਬਾਅਦ ਇਸ ਕਵੀ ਦਰਬਾਰ ਵਿੱਚ ਜਿੰਨੇ ਵੀ ਸਟੂਡੈਂਟਸ ਨੇ ਸਾਰੀਆਂ ਆਪਣੀਆਂ ਸਵੈ ਲਿਖਤ ਰਚਨਾਵਾਂ ਪੇਸ਼ ਕਰਨਗੇ, ਜਿਸ ਦੇ ਵਿੱਚ ਪੰਜਾਬੀ, ਇੰਗਲਿਸ਼, ਉਰਦੂ ਅਤੇ ਹਿੰਦੀ ਭਾਸ਼ਾਵਾਂ ਸ਼ਾਮਲ ਹਨ। ਸੋ ਮੈਂ ਬੇਨਤੀ ਕਰੂੰਗਾ ਮੈਮ ਹਰਵਿੰਦਰ ਕੌਰ ਜੀ ਨੂੰ, ਉਹ ਆ ਕੇ ਤੁਹਾਡੇ ਨਾਲ ਕੁਝ ਬੋਲ ਸਾਂਝੇ ਕਰਨਗੇ। ਮੈਂ ਸਭ ਤੋਂ ਪਹਿਲਾਂ ਸਾਡੇ ਦਰਮਿਆਨ ਸਾਡੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਜੀ ਉਰਬਾ ਤੇ ਡਾਕਟਰ ਰਵਿੰਦਰਜੀਤ ਸਿੰਘ ਜੀ ਪਹੁੰਚੇ ਹਨ। ਮੈਂ ਉਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ ਉਹਨਾਂ ਦਾ ਸਵਾਗਤ ਕਰਦੀ ਹਾਂ। ਮੈਂ ਸਰ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਕਸਰ ਜਿਹੜੇ ਅਸੀਂ ਕਵੀ ਦਰਬਾਰ ਕਰਵਾਉਂਦੇ ਹਾਂ ਉਹ 3 ਭਾਸ਼ਾਵਾਂ 'ਚ ਹੁੰਦੇ ਨੇ, 3 ਭਾਸ਼ੀ ਕਵੀ ਦਰਬਾਰ। ਪਰ ਇਸ ਕਵੀ ਸੰਮੇਲਨ ਦੀ ਖਾਸੀਅਤ ਇਹ ਹੈ ਕਿ ਅਸੀਂ ਇਹ 4 ਭਾਸ਼ਾਵਾਂ 'ਚ ਕਰਵਾ ਰਹੇ ਹਾਂ, ਹਿੰਦੀ, ਪੰਜਾਬੀ, ਉਰਦੂ ਤੇ ਅੰਗਰੇਜ਼ੀ 'ਚ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਟਾ ਜ਼ਰੂਰ ਕਹਿਣਾ ਚਾਹਾਂਗੀ ਕਿ ਮੈਂ ਤੁਹਾਡੀਆਂ ਕਵਿਤਾਵਾਂ 2-4 ਬੱਚੇ ਦੀਆਂ ਸੁਣੀਆਂ, ਅੱਜ ਸਾਰਿਆਂ ਦੀ ਸੁਣਾਂਗੇ। ਬਹੁਤ ਅੱਛਾ ਤੁਸੀਂ ਲਿਖ ਰਹੇ ਹੋ, ਪਰ ਜਦੋਂ ਤੁਸੀਂ ਅੱਛਾ ਲਿਖਦੇ ਹੋ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਤੁਸੀਂ ਅੱਛਾ ਪੜ੍ਹੋ ਵੀ। ਸੋ ਅੱਜ ਤੋਂ ਬਾਅਦ ਤੁਸੀਂ ਲਾਇਬ੍ਰੇਰੀ 'ਚ ਜਾਣ ਦਾ ਆਪਣਾ ਰੂਟੀਨ ਬਣਾਓ ਇੱਕ। ਸੋ ਜਿੰਨੇ ਅੱਛੇ ਕਵੀਆਂ ਨੂੰ, ਅੱਛੇ ਲੇਖਕਾਂ ਨੂੰ ਪੜ੍ਹੋਗੇ, ਹੋਰ ਵੀ ਤੁਹਾਡੀ ਲੇਖਣੀ 'ਚ ਹੋਰ ਵੀ ਸੁਧਾਰ ਹੋਏਗਾ। ਅਵਲ ਹਮਦ ਸਨਾ इलाही जो मालिक हर दा उस दा नाम चितारण वाला किसे मैदान न हरदा उस दा नाम चितारण वाला किसे मैदान न हरदा जे वेखा मैं अमला बल्ले ता कुछ नहीं मेरे पल्ले मौला जे वेखा तेरी रहमत वल्ले ता बल्ले 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 एक गुना मेरा मापे वेखे ते देवे देस निकाला ते लख गुना मेरा अल्लाह वेखे ते ऊपर दे पावन वाला ते चंगी सूरत ते आशिक होना कादिए दानाई तू आशिक बन तू उस सोने दा जिसने शक्ल बनाई आशिक बन तू उस सोने दा जिसने शक्ल बनाई ते सै जोड़ संगत दे डिठे ते आखर विथा पईया ते जिन्ना बार एक पल नहीं सारे दे ओ शक्ला याद न रहिया ते जिन्ना बार एक पल नहीं सारे दे ओ शक्ला याद न रहिया ते खस खस जिन्ना कदर ना मेरा ते मेरे साहिब नू वड्याया ते मैं गलियां दा रूड़ा कूड़ा ते
ਤੇ ਮੈਨੂੰ ਮਹਿਲ ਚੜਾਇਆ ਸਾਈਆਂ ਤੇ ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਤੇ ਉਸ ਦਿਨ ਈਦ ਮੁਬਾਰਕ ਹੋ ਸੀ ਤੇ ਜਿਸ ਦਿਨ ਫਿਰ ਮਿਲਾਂਗੇ ਤੇ ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫਿਰ ਮਿਲਾਂਗੇ ਇਹ ਸੀਗੇ ਸਾਡੇ ਵਿਦਿਆਰਥੀ ਸੁਖਚੈਨ ਸਿੰਘ ਜਿਨ੍ਹਾਂ ਦੇ ਨਾਮ ਵਿੱਚ ਵੀ ਚੈਨ ਲੱਗਦਾ ਤੇ ਆਵਾਜ਼ ਵਿੱਚ ਵੀ ਬਹੁਤ ਖੂਬ ਸਕੂਨ ਤੇ ਚੈਨ ਹੈ ਤੇ ਇਹਨਾਂ ਦੀ ਇੱਕ ਵਾਰ ਫਿਰ ਜ਼ੋਰਦਾਰ ਤਾੜੀਆਂ ਦਿੱਤੀਆਂ ਸਾਡੇ ਚਾਹਾਂਗੇ ਦਰਖਸ਼ਾ ਨਸੀਬ ਜੋ ਕਿ ਆਪਣੀ ਉਰਦੂ ਨਜ਼ਮ ਨੂੰ ਸਾਡੇ ਦਰਬਾਰ ਪੇਸ਼ ਕਰਨਗੇ ਸੋ ਇਹਨਾਂ ਲਈ ਜ਼ੋਰਦਾਰ ਤਾੜੀਆਂ ਤਾਂ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ ਜ਼ੋਰਦਾਰ ਮਤਲਬ ਜ਼ੋਰਦਾਰ आगाज अल्लाह के नाम से मैं जिसकी गुलाम हूँ आगाज अल्लाह के नाम से मैं जिसकी गुलाम हूँ आप सबको आदाब नमस्ते सत श्री अकाल करती सलाम हूँ उजालों से गर्ज नहीं अंधेरों से यारी है उजालों से गर्ज नहीं अंधेरों से यारी है दरख्शा मेरी पहचान चमकने का नाम हूँ मेरी नज़म का उन्वान है दिल की आवाज सहे जो हर सितम वो जिगर कहाँ से लाऊं सहे जो हर सितम वो जिगर कहाँ से लाऊं संभाले जो हर तीर वो सीना कहाँ से लाऊं कभी गमे दहर में तो कभी दर्द की इंतहा में कभी गमे दहर में तो कभी दर्द की इंतहा में मौत की हो मुंतजिर जिंदगी कहाँ से लाऊं फीकी सी है कुछ जिंदगी अब मेरी फीकी सी है कुछ जिंदगी अब मेरी मैं बल्ला वो रंगों भरी दुनिया कहाँ से लाऊं खो सी गई है कहीं मुस्कान अब इन फूलों की खो सी गई है कहीं मुस्कान अब इन फूलों की खिल उठे ये चमन वो हंसी कहाँ से लाऊं दोस्त हो संग तो यहाँ क्या काम दुश्मनों का दोस्त हो संग तो यहाँ क्या काम दुश्मनों का बिके ना जिसका एतमाद वो दोस्त कहाँ से लाऊं रिश्तों की यूं तो कमी नहीं जिंदगी में रिश्तों की यूं तो कमी नहीं जिंदगी में मगर जो कहलाए मेरा वो रिश्ता कहाँ से लाऊं फितरत इंसान से परेशान हो गई दरख्शां फितरत इंसान से परेशान हो गई दरख्शां अपनों को बला काटने का हुनर कहाँ से लाऊं फितरत इंसान से परेशान हो गई दरख्शां फितरत इंसान से परेशान हो गई दरख्शां अपनों को बला काटने का हुनर कहाँ से लाऊं शुक्रिया ਸੋ ਇਹ ਸੀਗੇ ਦਰਖਸ਼ਾ ਨਾਸੀਰ ਜਿਨ੍ਹਾਂ ਦੇ ਨਾਮ ਦਾ ਨਾਮ ਹੀ ਚਮਕਣਾ ਤੇ ਅਸੀਂ ਵੀ ਇਹਨਾਂ ਦੇ ਭਵਿੱਖ ਦੀ ਚਮਕਦੇ ਹੋਏ ਭਵਿੱਖ ਦੀ ਕਾਮਨਾ ਕਰਦੇ ਹਾਂ ਇੱਕ ਵਾਰ ਜ਼ੋਰਦਾਰ ਤਾੜੀਆਂ ਦੁਬਾਰਾ ਸੋ ਇਹਨਾਂ ਦੇ ਸ਼ਾਇਰੀ ਨੂੰ ਸੁਣ ਕੇ ਮੈਨੂੰ ਆਪਣੀ ਕਵਿਤਾ ਯਾਦ ਆ ਗਈ ਪਲੀਜ਼ ਸ਼ਾਂਤੀ ਰੱਖੋ बेटे चुप करके सुनो सारे शाबाश चुप करके सुनो ये सारे बस रिक्वेस्ट है साडी कि ये राज की बात है कि ये राज की बात है कल की नहीं आज की बात है ये राज की बात है कल की नहीं आज की बात है यूं तो हर तरफ सन्नाटा है लेकिन आवाज की बात है कि ये राज की बात है कि कल की नहीं आज की बात है कि हर प्रीत उर्दू जुबान को पढ़ता है कि हर प्रीत उर्दू जुबान को पढ़ता है कि वाह क्या नाज की बात है कि ये राज की बात है। तो इन्हां तो बाद असीं बुलावांगे हर्षदीप सिंह
ਜਿਨ੍ਹਾਂ ਦੀ ਕਵਿਤਾ ਦਾ ਨਾਮ ਹੈ ਕਾਲਪਨਿਕ ਦੁਨੀਆ। ਮੇਰੇ ਲਈ ਉਹ ਇੱਕ ਤਾਰੇ ਜਿਹੀ ਹੋ ਗਈ ਹੈ। ਮੇਰੀ ਖਿੜਕੀ ਚੋਂ ਅੱਖਾਂ ਦੇ ਹੱਥ ਤਾਂ ਰੋਜ਼ ਲੱਗਦੀ ਹੈ, ਪਰ ਕਦੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਤੱਕਦੀ। ਮੇਰੇ ਲਈ ਉਹ ਇੱਕ ਤਾਰੇ ਜਿਹੀ ਹੋ ਗਈ ਹੈ। ਮੇਰੀ ਖਿੜਕੀ ਚੋਂ ਅੱਖਾਂ ਦੇ ਹੱਥ ਤਾਂ ਰੋਜ਼ ਲੱਗਦੀ ਹੈ, ਪਰ ਕਦੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਤੱਕਦੀ। ਮੈਂ ਕਦੇ ਰਾਣੀ ਜਿੰਦਾ ਤੇ ਕਦੇ ਵੈਨ ਗੌਗ ਦੀਆਂ ਗੱਲਾਂ ਉਹਦੇ ਨਾਲ ਕਰ ਲੈਂਦਾ। ਮੈਂ ਕਦੇ ਰਾਣੀ ਜਿੰਦਾ ਤੇ ਕਦੇ ਵੈਨ ਗੌਗ ਦੀਆਂ ਗੱਲਾਂ ਉਹਦੇ ਨਾਲ ਕਰ ਲੈਂਦਾ। ਕਦੇ ਉਹਦੀ ਤਸਵੀਰ ਬਾਰੇ ਕਦੇ ਸ਼ਿਵ ਦੀ ਸਿਰਜੀ ਇੱਕ ਕੁੜੀ ਪੜ੍ਹ ਲੈਂਦਾ। ਮੈਂ ਕਦੇ ਰਾਣੀ ਜਿੰਦਾ ਕਦੇ ਵੈਨ ਗੌਗ ਦੀਆਂ ਗੱਲਾਂ ਉਹਦੇ ਨਾਲ ਕਰ ਲੈਂਦਾ। ਕਦੇ ਉਹਦੀ ਤਸਵੀਰ ਬਾਰੇ ਕਦੇ ਸ਼ਿਵ ਦੀ ਸਿਰਜੀ ਇੱਕ ਕੁੜੀ ਪੜ੍ਹ ਲੈਂਦਾ। ਖੁਸ਼ੀ ਉਹਦੀ ਕਾਲੀ ਰਾਤ ਵੀ ਚਾਨਣ ਕਰ ਦੇਵੇ, ਉਹਦਾ ਸੱਜਣ ਕਹਿ ਗੱਲ ਆਣਾ ਅੱਖਾਂ ਭਰ ਦੇਵੇ। ਖੁਸ਼ੀ ਉਹਦੀ ਕਾਲੀ ਰਾਤ ਵੀ ਚਾਨਣ ਕਰ ਦੇਵੇ, ਉਹਦਾ ਸੱਜਣ ਕਹਿ ਗੱਲ ਆਣਾ ਅੱਖਾਂ ਭਰ ਦੇਵੇ। ਉਹ ਸਾਰੀ ਰਾਤ ਮੇਰੀ ਕਾਲਪਨਿਕ ਦੁਨੀਆ ਬਾਰੇ ਸੁਣਦੀ ਹੈ, ਤਾਰਿਆਂ ਤੋਂ ਪਾਰ ਦੀਆਂ ਗੱਲਾਂ ਕਰਦੀ ਹੈ। ਉਹ ਸਾਰੀ ਰਾਤ ਮੇਰੀ ਕਾਲਪਨਿਕ ਦੁਨੀਆ ਬਾਰੇ ਸੁਣਦੀ ਹੈ, ਤਾਰਿਆਂ ਤੋਂ ਪਾਰ ਦੀਆਂ ਗੱਲਾਂ ਕਰਦੀ ਹੈ। ਮਹਿਤਾਬ ਦੀ ਚਮਕ ਦਾ ਰਾਜ ਦੱਸਦੀ ਹੈ। ਜਦ ਕਿਤੇ ਥੋੜਾ ਜਿਹਾ ਸੂਰਜ ਦਿਖੇ, ਜਦ ਕਿਤੇ ਥੋੜਾ ਜਿਹਾ ਸੂਰਜ ਦਿਖੇ, ਉਹ ਲੁਕ ਜਾਂਦੀ ਹੈ, ਉਹ ਲੁਕ ਜਾਂਦੀ ਹੈ, ਉਹ ਲੁਕ ਜਾਂਦੀ ਹੈ। ਥੈਂਕ ਯੂ। ਇਹ ਸੀਗੇ ਹਰਸ਼ਦੀਪ ਸਿੰਘ ਤੇ ਇਹਨਾਂ ਤੋਂ ਬਾਅਦ ਅਸੀਂ ਬੁਲਾਉਣਾ ਚਾਹਾਂਗੇ ਅਨੁਰਾਗ ਬਰਾੜ। ਚਾਹਤਾ ਹੂੰ ਮੈਂ ਕਵਿਤਾ ਨੂੰ ਆਪਣੀ ਨੂੰ ਪੇਸ਼ ਕਰਨਗੇ ਜੋ ਕਿ ਆਪਣੇ ਦੇ ਵਿਦਿਆਰਥੀ ਹਨ। ਜ਼ੋਰਦਾਰ ਤਾੜੀਆਂ ਸਾਡੇ ਅਨੁਰਾਗ ਦੇ ਲਈ। Good afternoon to all of you. My name is Anurag. I'm from a small town called Akhnoor in Jammu and Kashmir. तो इसका आगाज़ मैं इस हिसाब से करना चाहूँगा कि चनाब बहता है मेरे शहर में इसलिए थोड़ा गरूर है। चनाब बहता है मेरे शहर में इसलिए थोड़ा गरूर है, मेरे शहर का नाम आँखों का नूर है। तो एक नज़म सुनाना चाहूँगा जिसका नाम है चाहता हूँ मैं। एक जलता बुझता दिया और तेज तरार बारिश हो, एक जलता बुझता दिया और तेज तरार बारिश हो, एक ऐसी शाम चाहता हूँ मैं। तेरी यादों के आंसुओं से मेरी सांसें रुकें, अपना कुछ ऐसा हाल चाहता हूँ कि प्यार के नशे में करीब आ तेरे जिस्म को चूमना, प्यार के नशे में करीब आ तेरे जिस्म को चूमना, उस नशे को पूरा करे ऐसा जाम चाहता हूँ। एक जलता बुझता दिया और तेज तरार बारिश हो, एक ऐसी शाम चाहता हूँ। मेरी बेवफाई को मेरी मजबूरी समझ सब भुला दे, मेरी बेवफाई को मेरी मजबूरी समझ सब भुला दे। तुझसे ये एहसास चाहता हूँ मैं कि तुझे दिए हर एक दर्द के बदले, कि तुझे दिए हर एक दर्द के बदले एक हसीन मौत चाहता हूँ मैं। एक जलता बुझता दिया और तेज तरार बारिश, एक ऐसी शाम चाहता हूँ। इस नज़म को मैं चाहूँगा ख़त्म करना एक शेर के द्वारा कि तुम आसमान सी आज़ाद और मैं ज़मीन सा बंधा हूँ, तुम आसमान सी आज़ाद और मैं ज़मीन सा बंधा हूँ। लोग कहते हैं कि दोनों मिलते हैं। तुम आसमान सी आज़ाद और मैं ज़मीन सा बंधा हूँ, लोग कहते हैं कि दोनों मिलते हैं। मैं जानता हूँ उसे नज़रों का धोखा कहते हैं। शुक्रिया। ਬਹੁਤ ਬਖੂਬੀ ਆਪਣੀ ਕਵਿਤਾ ਨੂੰ ਇਹਨਾਂ ਨੇ ਪੇਸ਼ ਕੀਤਾ। ਇਹਨਾਂ ਦਾ ਨਾਮ ਵੀ ਅਨੁਰਾਗ ਹੈ ਤੇ ਸਟੂਡੈਂਟ ਵੀ ਮਿਊਜ਼ਿਕ ਦੇ ਨੇ ਤੇ ਇਹਨਾਂ ਦੀ ਕਵਿਤਾ ਵਿੱਚ ਵੀ ਲੈ ਰਾਗ ਸਾਰਾ ਕੁਝ ਐਡ ਕੀਤਾ ਹੋਇਆ। ਪਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੇ। ਤੋਂ ਇਹਨਾਂ ਤੋਂ ਬਾਅਦ ਅਸੀਂ ਆਕਾਂक्षा ਜਿਨ੍ਹਾਂ ਦੀ ਕਵਿਤਾ ਦਾ ਨਾਮ ਹੈ ਹੋਪ, ਇੰਗਲਿਸ਼ ਓਨਰ ਦੇ ਸਟੂਡੈਂਟਸ ਹਨ। ਸੋ ਇਹਨਾਂ ਲਈ ਜ਼ੋਰਦਾਰ ਤਾੜੀਆਂ। Good afternoon, everyone. They say we came empty-handed and will go empty-handed. But the fact is, we need support for living. Nothing stays forever. Indeed, nothing stayed. We need support at some part of life. Either it's a person, money, or anything. But the reality is, a time in life comes when that support system becomes zero and the person has hope inside himself and lives on. So I'm going to recite a self-written poem on hope. It's like, was born with a hope, will die as a hope. Was born with a hope, will die as a hope. Spent 9 gloomy months in the womb with a hope to live a gleaming life. Grew up as a jolly child to bloom like an enticing flower. Ah, you knew evolving was not about hitting the hay.
was born with a hope, will die as a hope. Became a lover, became a hater. Became a lover, became a hater. People watered me, people shattered me. Danced, laughed, screamed, cried. With hope, did everything I liked. Was born with a hope, will die as a hope. They say nothing stays forever. They say nothing stays forever. Indeed, nothing stayed but the hope. Had a hope of someone being asked, do you need something? Are you okay? Well, could get someone in my imagination. It's a hope. Was born with a hope, will die as a hope. At last, I would say, उम्मीद की कश्ती को डुबाया नहीं करते. उम्मीद की कश्ती को डुबाया नहीं करते. साहिल अगर दूर हो तो रोया नहीं करते. जो रखते हैं दिल में हौसला, वो जिंदगी में कुछ ज़या नहीं करते. थैंक यू. ਬਹੁਤ ਵਧੀਆ ਇਹਨਾਂ ਨੇ ਆਪਣੀ ਪੋਇਟਰੀ ਸਾਡੇ ਦਰਮਿਆਨ ਪੇਸ਼ ਕੀਤਾ ਤੇ ਇਹਨਾਂ ਤੋਂ ਬਾਅਦ ਅਨਮੋਲਪ੍ਰੀਤ ਸਿੰਘ BA ਸੈਕੰਡ ਦੇ ਵਿਦਿਆਰਥੀ ਜੋ ਆਪਣੀ ਕਵਿਤਾ ਸਾਡੇ ਦਰਮਿਆਨ ਪੇਸ਼ ਕਰਨਗੇ. ਸਾਂਝੇ ਕਰਨ ਲੱਗਿਆ ਤੁਹਾਡੇ ਨਾਲ ਉਹ ਸਾਰੇ ਮੁੰਡੇ ਕੁੜੀਆਂ ਦੇ ਜਜ਼ਬਾਤ ਜਿਨ੍ਹਾਂ ਦੇ ਨਾਲ ਦੀਆਂ ਨੇ ਆਪਦੇ ਸੋਸ਼ਲ ਮੀਡੀਆ ਦੇ ਖਾਤਿਆਂ ਤੇ ਉਹ ਲਾਲ ਜਿਹਾ ਝੰਡਾ ਲਾ ਲਿਆ ਹੈ. ਮਤਲਬ ਕਿ ਪਰਦੇਸੀ ਹੋ ਚੁੱਕੇ ਨੇ ਉਹਨਾਂ ਦੇ ਨਾਲ ਦੀਆਂ ਤੇ ਆਪ ਉਹ ਇੱਧਰ ਰਹਿ ਗਏ ਨੇ. ਪੇਸ਼ ਕਰਨ ਲੱਗੇ ਹਾਂ ਜੀ ਮੇਰੀ ਮੌਲਿਕ ਰਚਨਾ. ਇਹਨੂੰ ਤੁਸੀਂ ਚਾਹੇ ਕਵਿਤਾ ਕਹਿ ਲਓ, ਚਾਹੇ ਕਹਿ ਲਓ ਅਨਕੰਪੋਜ਼ਡ ਬੇਤਰਜਾ ਗੀਤ. ਦੂਰ ਦੂਰ ਨਾ ਬਦਲਦੀ ਮੈਨੂੰ ਰੀਤ ਦਿਖੇ, ਭਾਵੇਂ ਹੁਣ ਨਵਿਆਂ ਦੇ ਇੱਥੇ ਰਾਜ ਆ ਗਏ ਨੇ. ਕੰਮ ਤਾਂ ਉਹੀਓ ਸਾਵਾਂ ਦੂਰੀ ਪਾਉਣੇ ਦਾ, ਬਸ ਫਰਕ ਇੰਨਾ ਹੁਣ ਰੇਲਾਂ ਦੀ ਥਾਂ ਜਹਾਜ਼ ਆ ਗਏ ਨੇ. ਮੇਰੇ ਦਿਲ ਵਾਂਗਰਾ ਹੋ ਜਾਏ ਨਾ ਪੰਜਾਬ ਸੁਣਨਾ, ਇਹ ਜਦ ਵੀ ਸੋਚਾਂ ਨੂੰ ਚੜ ਖੱਲੀ ਜਾਂਦੀ ਏ. ਲੋਕੀ ਆਂਦੇ ਹੋ ਨਿਬੜੀ 47 ਚ, ਸਾਡੇ ਭਾ ਦੀ ਵੰਡ ਤਾਂ ਹਾਲੇ ਵੀ ਚੱਲੀ ਜਾਂਦੀ. ਵਾਹ ਕੀ ਬਾਤ. ਲੋਕੀ ਆਂਦੇ ਹੋ ਨਿਬੜੀ 47 ਚ, ਸਾਡੇ ਭਾ ਦੀ ਵੰਡ ਤਾਂ ਹਾਲੇ ਵੀ ਚੱਲੀ ਜਾਂਦੀ ਏ. ਤੇਰਾ ਜਾਣਾ ਇਉਂ ਕਰ ਗਿਆ ਮੇਰੇ ਦਿਲ ਦੀਆਂ ਗਲੀਆਂ ਸੁੰਨੀਆਂ ਨੀ, ਆਈਲੈਟਸ ਸੈਂਟਰ ਖਾ ਗਏ ਜਿਵੇਂ ਰੌਣਕ ਕਾਲਜਾਂ ਯੂਨੀਅਨ ਦੀ. ਤੇਰਾ ਜਾਣਾ ਇਉਂ ਕਰ ਗਿਆ ਮੇਰੇ ਦਿਲ ਦੀਆਂ ਗਲੀਆਂ ਸੁੰਨੀਆਂ ਨੀ, ਆਈਲੈਟਸ ਸੈਂਟਰ ਖਾ ਗਏ ਜਿਵੇਂ ਰੌਣਕ ਕਾਲਜਾਂ ਯੂਨੀਅਨ ਦੀ. ਇੰਨਾ ਖੋਲਿਆ ਕਿਸੇ ਦੇ ਪਿਆਰਾਂ ਨੂੰ, ਕਿਸੇ ਦਿਆਂ ਯਾਰਾਂ ਨੂੰ, ਖਿੱਚ ਚੜਦੀ ਐ ਵੇਖ ਜੰਟਾਂ ਦੇ ਆਫਿਸਾਂ ਦੀਆਂ ਕਤਾਰਾਂ ਨੂੰ. ਨਹਿਰੂ ਤੇ ਜਨਾਹ ਸੀ ਜਿਸ ਦੀ ਨਹੀਂ ਰੱਖੀ, ਹਵੇਲੀ ਉਹ ਨਿਤ ਨਵਾਂ ਥਾਂ ਮੱਲੀ ਜਾਂਦੀ ਏ. ਲੋਕੀ ਆਂਦੇ ਹੋ ਨਿਬੜੀ 47 ਚ, ਸਾਡੇ ਭਾ ਦੀ ਵੰਡ ਤਾਂ ਹਾਲੇ ਵੀ ਚੱਲੀ ਜਾਂਦੀ ਏ. ਲੋਕੀ ਆਂਦੇ ਹੋ ਨਿਬੜੀ 47 ਚ, ਸਾਡੇ ਭਾ ਦੀ ਵੰਡ ਤਾਂ ਹਾਲੇ ਵੀ ਚੱਲੀ ਜਾਂਦੀ ਏ. ਨਿੱਤ ਸੀ ਇਕੱਠੇ ਹੁੰਦੇ, ਹਾਸੇ ਉਗਦੇ ਸੀ ਮਾਹੌਲ ਤੇ, ਹੁਣ ਕਦੇ ਕਦਾਈ ਇਕੱਠੇ ਹੁੰਦੇ ਉਹ ਵੀ ਵੀਡੀਓ ਕਾਲ ਤੇ. ਨਿੱਤ ਸੀ ਇਕੱਠੇ ਹੁੰਦੇ, ਹਾਸੇ ਉਗਦੇ ਸੀ ਮਾਹੌਲ ਤੇ, ਹੁਣ ਕਦੇ ਕਦਾਈ ਇਕੱਠੇ ਹੁੰਦੇ ਉਹ ਵੀ ਵੀਡੀਓ ਕਾਲ ਤੇ. ਜੋ ਸ਼ਾਇਦ ਹੀ ਪੂਰਾ ਹੋਵੇ ਐਸੇ ਗੀਤ ਜਹੀ ਬਣ ਗਈ ਏ, ਪਹਿਲਾਂ ਸੀ ਮਜਬੂਰੀ ਹੁਣ ਤਾਂ ਰੀਤ ਜਹੀ ਬਣ ਗਈ. ਜੋ ਸ਼ਾਇਦ ਹੀ ਪੂਰਾ ਹੋਵੇ ਐਸੇ ਗੀਤ ਜਹੀ ਬਣ ਗਈ ਏ, ਪਹਿਲਾਂ ਸੀ ਮਜਬੂਰੀ ਹੁਣ ਤਾਂ ਰੀਤ ਜਹੀ ਬਣ ਗਈ ਏ. ਪਹਿਲਾਂ ਤਨਹਾਈ ਖਾਂਦੀ ਸੀ ਪਰਦੇਸੀਆਂ ਨੂੰ, ਹੁਣ ਇੱਧਰ ਰਹਿ ਗਿਆਂ ਦੀ ਜ਼ਿੰਦੜੀ ਹੋ ਕੱਲੀ ਜਾਂਦੀ ਏ. ਲੋਕੀ ਆਂਦੇ ਹੋ ਨਿਬੜੀ 47 ਚ, ਸਾਡੇ ਭਾ ਦੀ ਵੰਡ ਤਾਂ ਹਾਲੇ ਵੀ ਚੱਲੀ ਜਾਂਦੀ ਏ. ਐਨੇ ਸਭ ਦੇ ਬਾਵਜੂਦ ਵੀ ਪੰਜਾਬ ਦੇ ਨਾਂ ਤੋਂ ਅੱਜ ਵੀ ਤਖਤਾਂ ਦੇ ਵਿੱਚ ਮੱਚਤਰ ਥੱਲੀ ਜਾਂਦੀ ਏ. ਲੋਕੀ ਆਂਦੇ ਹੋ ਨਿਬੜੀ 47 ਚ, ਸਾਡੇ ਭਾ ਦੀ ਵੰਡ ਤਾਂ ਹਾਲੇ ਵੀ ਚੱਲੀ ਜਾਂਦੀ ਏ. ਸਾਡੇ ਭਾ ਦੀ ਵੰਡ ਤਾਂ ਹਾਲੇ ਵੀ ਚੱਲੀ ਜਾਂਦੀ ਏ. ਸ਼ੁਕਰੀਆ. ਸੋ ਇਹ ਸੀਗੇ ਅਨਮੋਲਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਆਪਣੀ ਕਵਿਤਾ ਦੁਆਰਾ ਸਮਾਜਿਕ ਜੋ ਪ੍ਰਵਾਸ ਵੱਧ ਰਿਹਾ ਹੈ ਵਿਦੇਸ਼ਾਂ ਨੂੰ ਉਹਨੂੰ ਚਿੰਤਾ ਜਤਾਈ ਹੈ ਤੇ ਅਸੀਂ ਇਹਨਾਂ ਨੂੰ ਕਾਮਨਾ ਕਰਦੇ ਹਾਂ ਕਿ ਬਹੁਤ ਵਧੀਆ ਕਵਿਤਾਵਾਂ ਇਸ ਤਰ੍ਹਾਂ ਦੀਆਂ ਲਿਖਦੇ ਰਹਿਣ ਤੇ ਸਾਡੇ ਦਰਮਿਆਨ ਪੇਸ਼ ਕਰਦੇ ਰਹਿਣ. ਇਹਨਾਂ ਤੋਂ ਬਾਅਦ ਮੈਂ ਬੁਲਾਉਣਾ ਚਾਹਾਂਗਾ ਹਿਮਾਂਸ਼ੂ ਜਿਨ੍ਹਾਂ ਦੀ ਕਵਿਤਾ ਦਾ ਨਾਮ ਹੈ ਵਹੀ ਦੇਸ਼. ਇਹ BA ਸੈਕੰਡ ਦੇ ਵਿਦਿਆਰਥੀ ਹਨ. ਜ਼ੋਰਦਾਰ ਤਾੜੀਆਂ. BCom ਸੈਕੰਡ ਇਹਨਾਂ ਤੋਂ ਬਾਅਦ ਹਰਪਿੰਦਰ ਸਿੰਘ ਤਿਆਰ ਹੈ. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਿਮਾਂਸ਼ੂ ਮਿੱਤਲ ਹੈ ਤੇ ਮੇਰੀ ਜੋ ਰਚਨਾ ਹੈ ਉਹ ਆਪਣੇ ਦੇਸ਼ ਦੇ ਹਾਲਾਤਾਂ ਤੇ ਆਧਾਰਿਤ ਹੈ ਜੋ ਕਿ ਕੱਲ ਵੀ ਸੀਗੇ, ਅੱਜ ਵੀ ਨੇ ਤੇ ਅੱਗੇ ਵੀ ਸ਼ਾਇਦ ਵਿਚਰਦੇ ਰਹਿਣਗੇ. ਤੇ ਮੇਰੀ ਕਵਿਤਾ ਦਾ ਸ਼ੀਰਸ਼ਕ ਹੈ ਵਹੀ ਦੇਸ਼.
यह वही देश है जहाँ आज भी गंगा बहती है। कहने को तो है मैया, लेकिन कुछ ज़्यादा ही साफ रहती है। वही देश है जहाँ लोग मेरा देश के नारे लगाते हैं। वहीं देश चलाने वालों के पुतले जलाए जाते हैं। वही देश है जहाँ आदमी ज़रूरतमंद की मदद करने से कतराता है। वहीं मंदिर में भर भर कर चढ़ावा चढ़ाता है। यूं तो जानवरों की सुरक्षा की बातें किए जाते हैं, लेकिन उनको ही बनाते हैं स्वाद के लिए निवाला। पुण्य की बातें करते करते पाप कमाए जाते हैं, और वजह इसी को तो जिंदगी जीने का एक सलीका कहलाते हैं। हाँ, वही देश जहाँ से बड़े बड़े कलाकार उभरते हैं, और अब अमीर तो क्या, गरीब भी बड़ी फुर्सत से संभलते हैं। वही देश है जहाँ गाय आज भी माता है, और आवारा कुत्तों से क्या आता जाता है। जिस तरह गरीबों का है वो, उस तरह उनका भी मालिक विधाता है। आज भी कहने को तो शराफत की पोशाक ओढ़े रहते हैं, मगर जरा सी कामयाबी पाने के लिए किसी की भी उतारने में खुद को सक्षम कहते हैं। हाँ, वही देश है जहां हम आज भी राम राज्य के ख्वाब देख रहे हैं, मगर ना जाने क्यों गंदगी फैलाकर हर तरह की उसी ख्वाब को कूड़ेदान में फेंक रहे हैं। हाँ, वही देश। थैंक यू। ਇਹ ਸੀਗੇ ਹਿਮਾਂਸ਼ੂ, ਜਿਨ੍ਹਾਂ ਨੇ ਕਿ ਆਪਣੇ ਦੇਸ਼ ਲਈ ਆਪਣੀ ਭਾਵਨਾਵਾਂ ਨੂੰ ਲਫ਼ਜ਼ਾਂ ਦੀ ਮੋਤੀਆਂ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ। ਸੋ ਇਹਨਾਂ ਤੋਂ ਬਾਅਦ ਅਸੀਂ ਬੁਲਾਵਾਂਗੇ ਹਰਪਿੰਦਰ ਸਿੰਘ, ਜੋ ਕਿ ਐਮਏ ਪੰਜਾਬੀ ਦੇ ਵਿਦਿਆਰਥੀ ਹਨ। मैं अपनी कविता पेश करने तो पहला 2 लाइनां ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਕਹਿੰਦੇ ਇਹ ਜ਼ਿੰਦਗੀ ਵਾਂਗ ਸੰਗ ਜਾਪੇ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਆਪਣਿਆਂ ਨਾਲ ਵੀ ਬੋਲੇ ਨਾ ਤੇ ਕੋਈ ਗੈਰਾਂ ਸੰਗ ਵੀ ਨਿਭਾ ਜਾਂਦਾ। ਕੋਈ ਬਚ ਕੇ ਲੰਘਦਾ ਕੰਡਿਆਂ ਤੋਂ, ਕੋਈ ਬਚ ਕੇ ਲੰਘਦਾ ਕੰਡਿਆਂ ਤੋਂ, ਕਈ ਜ਼ਖਮ ਫੁੱਲਾਂ ਤੋਂ ਖਾ ਜਾਂਦਾ, ਕੋਈ ਨਹਾਉਂਦਾ ਫਿਰਦਾ ਤੀਰਥਾਂ ਤੇ ਕੋਈ ਘਰ ਬੈਠਿਆਂ ਰੱਬ ਨੂੰ ਪਾ ਜਾਂਦਾ, ਕੋਈ ਆਉਂਦਾ ਵਾਰੋ ਵਾਰੀਏ ਤੇ ਕੋਈ ਇੱਕੋ ਵਾਰੀ ਨਾ ਕਮਾ ਜਾਂਦਾ, ਕੋਈ ਇੱਕੋ ਵਾਰੀ। ਹੁਣ ਮੈਂ ਆਪਣੀ ਕਵਿਤਾ ਪੇਸ਼ ਕਰ ਰਿਹਾ ਜਿਹਦਾ ਵਿਸ਼ਾ ਹੈ ਮੇਰਾ ਜੀ ਕਰਦਾ। ਕਹਿੰਦੇ ਕਿ ਜਿਵੇਂ ਰੋਲਦੀ ਇਹ ਦੁਨੀਆ, ਮੇਰਾ ਰੁੱਲ ਜਾਣ ਨੂੰ ਜੀ ਕਰਦਾ। ਮੈਂ ਕੀ ਹੁਣ ਤੱਕ ਸਹਿ ਲਿਆ, ਸਭ ਭੁੱਲ ਜਾਣ ਨੂੰ ਜੀ ਕਰਦਾ। ਕਿ ਕੁਝ ਹੱਸਦੇ ਨੂੰ ਹੀ ਤੋੜ ਗਏ, ਕੁਝ ਤੋੜ ਕੇ ਮੈਨੂੰ ਹੱਸ ਰਹੇ, ਜੋ ਜ਼ਿੰਦਗੀ ਨੂੰ ਹੀ ਲੈ ਬਹਿ ਗਏ, ਕਈ ਤਾਨੇ ਐਸੇ ਕਸ ਰਹੇ। ਘੜਾ ਭਰਿਆ ਹੋ ਦਰਦਾਂ ਦਾ ਉਹ ਡੁੱਲ ਜਾਣ ਨੂੰ ਜੀ ਕਰਦਾ। ਮੈਂ ਕੀ ਹੁਣ ਤੱਕ ਸਹਿ ਲਿਆ, ਸਭ ਭੁੱਲ ਜਾਣ ਨੂੰ ਜੀ ਕਰਦਾ। ਕਿ ਇੱਕ ਰੋਲਿਆ ਮੈਨੂੰ ਮੇਰੇ ਆਪਣਿਆਂ ਨੇ, ਜਿਹਦੇ ਨਾਲ ਸੀ ਦੁੱਖ ਮੈਂ ਸਾਂਝਾ ਕੀਤਾ। ਪਰਛਾਈ ਦੁੱਖਾਂ ਦੀ ਜਿਸ ਤੇ ਪੈਣ ਨਾ ਦਿੱਤੀ, ਉਹਨੇ ਖੁਸ਼ੀਆਂ ਤੋਂ ਮੈਨੂੰ ਵਾਂਝਾ ਕੀਤਾ। ਇਹ ਕੰਡਿਆਂ ਭਰੀ ਜ਼ਿੰਦਗੀ ਦੇ ਵਿੱਚ ਬਣ ਫੁੱਲ ਜਾਣ ਨੂੰ ਜੀ ਕਰਦਾ। ਮੈਂ ਕੀ ਹੁਣ ਤੱਕ ਸਹਿ ਲਿਆ, ਸਭ ਭੁੱਲ ਜਾਣ ਨੂੰ ਜੀ ਕਰਦਾ। ਕਿ ਜਜ਼ਬਾਤਾਂ ਨੇ ਮੈਨੂੰ ਮਾਰ ਲਿਆ, ਨਾ ਮਾਰਿਆ ਕਿਸੇ ਹਥਿਆਰਾਂ ਨੇ, ਜਿੰਨਾ ਸਹਾਰੇ ਜ਼ਿੰਦਗੀ ਕੱਟ ਰਹੇ ਸੀ, ਮੈਨੂੰ ਮਾਰਿਆ ਕੋਲ ਕਰਾਰਾਂ ਨੇ। ਕਿ ਜਜ਼ਬਾਤਾਂ ਨੇ ਮੈਨੂੰ ਮਾਰ ਲਿਆ, ਨਾ ਮਾਰਿਆ ਕਿਸੇ ਹਥਿਆਰਾਂ ਨੇ, ਜਿੰਨਾ ਸਹਾਰੇ ਜ਼ਿੰਦਗੀ ਕੱਟ ਰਹੇ ਸੀ, ਮੈਨੂੰ ਮਾਰਿਆ ਕੋਲ ਕਰਾਰਾਂ ਨੇ। ਜੋ ਲੱਗਿਆ ਸੀ ਬੰਨ ਜਜ਼ਬਾਤਾਂ ਤੇ, ਉਹ ਖੁੱਲ ਜਾਣ ਨੂੰ ਜੀ ਕਰਦਾ। ਮੈਂ ਕੀ ਹੁਣ ਤੱਕ ਸਹਿ ਲਿਆ, ਸਭ ਭੁੱਲ ਜਾਣ ਨੂੰ ਜੀ ਕਰਦਾ। ਕਿ ਲੱਗਦਾ ਮਿਲ ਗਈ ਜੂਨ ਫਕੀਰਾਂ ਦੀ, ਹੁਣ ਦੁੱਖ ਸੁੱਖ ਵਿੱਚ ਨਾ ਫਰਕ ਲੱਗੇ। ਮੈਂ ਪਾਵਾਂ ਜਿਹੜੀਆਂ ਬਾਤਾਂ, ਉਹ ਹਰ ਗੱਲ ਦੇ ਵਿੱਚ ਤਰਕ ਲੱਗੇ। ਜੋ ਪਾਵਾਂ ਫਿਰ ਤੋਂ ਮੈਂ ਇਹ ਬਾਤਾਂ, ਉਹ ਹਰ ਗੱਲ ਦੇ ਵਿੱਚ ਤਰਕ ਲੱਗੇ। ਕਹਿੰਦੇ ਜੋ ਫਿਰ ਤੋਂ ਜੋੜੇ ਇਹ ਜ਼ਿੰਦਗੀ ਨੂੰ, ਬਣ ਉਹ ਭੁੱਲ ਜਾਣ ਨੂੰ ਜੀ ਕਰਦਾ। ਮੈਂ ਕੀ ਹੁਣ ਤੱਕ ਸਹਿ ਲਿਆ, ਸਭ ਭੁੱਲ ਜਾਣ ਨੂੰ ਜੀ ਕਰਦਾ। ਕਿ ਹੁਣ ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਕੋਈ ਪਿਆਰਾ ਵੀ ਨਹੀਂ ਤੇ ਕੋਈ ਸਾੜਾ ਵੀ ਨਹੀਂ। ਕਿ ਹੁਣ ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਕੋਈ ਪਿਆਰਾ ਵੀ ਨਹੀਂ ਤੇ ਕੋਈ ਸਾੜਾ ਵੀ ਨਹੀਂ। ਪਾਪ ਪੁੰਨ ਵਾਲੀ ਤੱਕੜੀ ਦੇ ਵਿੱਚ ਮੇਰਾ ਤੁੱਲ ਜਾਣ ਨੂੰ ਜੀ ਕਰਦਾ। ਮੈਂ ਕੀ ਹੁਣ ਤੱਕ ਸਹਿ ਲਿਆ, ਸਭ ਭੁੱਲ ਜਾਣ ਨੂੰ ਜੀ ਕਰਦਾ। ਮੈਂ ਕੀ ਹੁਣ ਤੱਕ ਸਹਿ ਲਿਆ, ਸਭ ਭੁੱਲ ਜਾਣ ਨੂੰ ਜੀ ਕਰਦਾ। ਸ਼ੁਕਰੀਆ।
ਇਹਨਾਂ ਤੋਂ ਬਾਅਦ ਅਸੀਂ ਬੁਲਾਵਾਂਗੇ ਗਗਨਦੀਪ ਸਿੰਘ, ਜਿਨ੍ਹਾਂ ਦੀ ਕਵਿਤਾ ਦਾ ਨਾਮ ਹੈ ਅਧਿਆਪਕ, ਤੇ ਇਹ BA 3rd ਈਅਰ ਦੇ ਵਿਦਿਆਰਥੀ ਹਨ। ਜ਼ੋਰਦਾਰ ਤਾੜੀਆਂ। ਗੁੱਡ ਆਫਟਰਨੂਨ ਐਵਰੀਵਨ। ਮੇਰਾ ਨਾਮ ਹੈ ਜੀ ਗਗਨਦੀਪ ਸਿੰਘ। ਮੈਂ BA 3rd ਈਅਰ ਦਾ ਵਿਦਿਆਰਥੀ ਹਾਂ। ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਅਧਿਆਪਕ ਸਾਨੂੰ ਸਕੂਲ ਕਾਲਜਾਂ ਵਿੱਚ ਹੀ ਨਹੀਂ ਮਿਲਦੇ। ਜ਼ਿੰਦਗੀ ਦੇ ਸਾਡੇ ਹਰ ਪੜਾਅ ਤੇ ਸਾਨੂੰ ਕੋਈ ਨਾ ਕੋਈ ਅਧਿਆਪਕ ਮਿਲ ਹੀ ਜਾਂਦੇ ਨੇ। ਜ਼ਿੰਦਗੀ ਦੇ ਸਾਡੇ ਪਹਿਲੇ ਟੀਚਰ ਮਾਪੇ ਹੁੰਦੇ ਨੇ, ਜੋ ਉਂਗਲ ਫੜਾ ਕੇ ਤੁਰਨਾ ਸਿਖਾਉਂਦੇ ਨੇ, ਗਲਤ ਰਾਹਾਂ ਤੋਂ ਰੋਕ ਸਾਨੂੰ ਸਹੀ ਰਾਹ ਵੱਲ ਮੁੜਨਾ ਸਿਖਾਉਂਦੇ ਨੇ। ਭਾਈ ਭੈਣ ਸਾਨੂੰ ਲੜਨਾ ਸਿਖਾਉਂਦੇ ਨੇ, ਪਰ ਔਖੇ ਟਾਈਮ ਨਾਲ ਖੜਨਾ ਸਿਖਾਉਂਦੇ ਨੇ। ਹੱਥਾਂ ਨਾਲ ਪੌੜੀਆਂ ਚੜ੍ਹਨਾ ਸਿਖਾਉਂਦੇ ਨੇ ਤੇ ਬਿੰਦੀਆਂ ਪਾ ਕੇ ਪੜ੍ਹਨਾ ਸਿਖਾਉਂਦੇ ਨੇ। ਡੈਡੀ ਸਾਨੂੰ ਪੱਗ ਬੰਨਣੀ ਸਿਖਾਉਂਦਾ ਹੈ ਤੇ ਵੱਡਿਆਂ ਦੀ ਗੱਲ ਮੰਨਣੀ ਸਿਖਾਉਂਦਾ ਹੈ। ਕੋਈ ਚੀਜ਼ ਨਾ ਮਿਲੇ ਤੋਂ ਰੁੱਸ ਮੈਂ ਜਾਵਾਂ, ਕੱਢ ਕੁੱਤ ਕਤਾਰੀਆਂ ਮਨਾਉਣਾ ਸਿਖਾਉਂਦਾ ਹੈ। ਟੈਂਕੀ ਤੇ ਬਿਠਾ ਕੇ ਹੈਂਡਲ ਫੜਾ ਕੇ ਮੋਟਰਸਾਈਕਲ ਚਲਾਉਣਾ ਸਿਖਾਉਂਦਾ ਹੈ। ਮਾਂ ਦੀ ਸਿੱਖਿਆ ਰੱਬ ਦੇ ਵਰਗੀ, ਜਿਹੜੀ ਮੱਥਾ ਟੇਕਣਾ ਸਿਖਾਉਂਦੀ ਏ। ਤਾਰਿਆਂ ਹੇਠਾਂ ਇਕੱਠੇ ਬਹਿ ਕੇ ਸਾਨੂੰ ਦੁਨੀਆ ਦੇਖਣਾ ਸਿਖਾਉਂਦੀ ਏ। ਪਟਕਾ ਕਿੱਦਾਂ ਬੰਨੀਦਾ ਏ ਗੱਲਾਂ ਗੱਲਾਂ ਵਿੱਚ ਦੱਸ ਦਿੰਦੀ ਸੀ। ਰੋਟੀ ਪਾਣੀ ਬੈਗ 'ਚ ਪਾ ਕੇ ਮੈਨੂੰ ਵੈਨ ਦੇ ਵਿੱਚ ਬਿਠਾ ਕੇ ਦੂਰੋਂ ਹੱਥ ਹਿਲਾ ਕੇ ਹੱਸ ਦਿੰਦੀ ਸੀ। ਸਕੂਲ ਵਾਲੇ ਟੀਚਰ ਜਿਨ੍ਹਾਂ ਪੈਲਸਨ ਫੜਨੀ ਸਿਖਾਈਏ, 12ਵੀਂ ਤੱਕ ਸਿਖਾ ਦਿੰਦੇ ਕਿੱਦਾਂ ਕੀਤੀ ਜਾਂਦੀ ਪੜ੍ਹਾਈ ਏ। ਸਿਖਾ ਦਿੰਦੇ ਨੇ ਤੁਰਨਾ ਫਿਰਨਾ, ਕਿੱਦਾਂ ਰਹਿਣਾ ਸਹਿਣਾ ਦੱਸ ਦਿੰਦੇ। ਕੋਈ ਸ਼ਰਾਰਤ ਕਰਾਂ ਫਿਰ ਨਹੀਂ ਸਿਖਾਉਂਦੇ, ਉਹ ਸਿੱਧਾ ਕੰਨ ਨੂੰ ਫੜ ਕੇ ਕੱਸ ਦਿੰਦੇ। ਮੈਂ ਅੱਜ ਤੱਕ ਜੋ ਵੀ ਸਿੱਖਿਆ ਦਿਲ ਤੋਂ ਸਿੱਖਿਆ, ਸਾਰੇ ਟੀਚਰ ਮਨ ਨੂੰ ਭਾਉਂਦੇ ਨੇ। ਮੈਂ ਬਸ ਉਹ ਟੀਚਰ ਨਹੀਂ ਲੱਭ ਸਕਿਆ ਜਿਹੜੇ ਨਸ਼ਾ ਕਰਨਾ ਸਿਖਾਉਂਦੇ ਨੇ। ਕਿੱਥੋਂ ਸਿੱਖਦੇ ਪੰਜਾਬੀ ਨੇ, ਕਿੱਦਾਂ ਟੀਕੇ ਲਾਉਣੇ ਗੁੱਟਾਂ ਤੇ। ਮਾਂ ਦੀ ਸਾਰੀ ਸਿੱਖਿਆ ਰੁਲ ਗਈ, ਕੋਈ ਅਸਰ ਨਹੀਂ ਮਾਂ ਦਿਆਂ ਪੁੱਤਾਂ ਤੇ। ਕੌਣ ਸਿਖਾਉਂਦਾ ਨੈੱਟ ਤੇ ਲੜਨਾ, ਪਿੱਛੇ ਇਹਨਾਂ ਗਾਇਕਾਂ ਦੇ। ਕਿੰਨੇ ਤੁਹਾਨੂੰ ਰੋਟੀ ਦੇਣੀ, ਜਿੰਨੇ ਵੀ ਗਾਉਂਦੇ ਮਾਈਕਾਂ ਦੇ। ਓਏ ਕਿਹੜਾ ਟੀਚਰ ਫਿਰੇ ਸਿਖਾਉਂਦਾ ਵੀ ਜਾੜਦੇ ਪਿਓ ਦੇ ਪੈਸੇ ਨੂੰ, ਤੁਹਾਨੂੰ ਪਾਵੇ ਸਿੱਧੇ ਰਾਹ ਤੇ ਲੱਭੋ ਟੀਚਰ ਐਸੇ ਨੂੰ। ਤੁਹਾਨੂੰ ਪਾਵੇ ਸਿੱਧੇ ਰਾਹ ਤੇ ਲੱਭੋ ਟੀਚਰ ਐਸੇ। ਅਸੀਂ ਬੁਲਾਉਣਾ ਚਾਹਾਂਗੇ ਗੁਰਵਿੰਦਰ ਸਿੰਘ, ਜਿਨ੍ਹਾਂ ਦੀ ਕਵਿਤਾ ਦਾ ਨਾਮ ਹੈ ਚੱਲ ਕੋਈ ਐਸਾ ਰਾਹ ਬਣਾਈਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਵਿੰਦਰ ਸਿੰਘ ਪਿਸ਼ੌਰ, BA ਭਾਗ ਦੂਜਾ ਦਾ ਵਿਦਿਆਰਥੀ, ਆਪਣੀ ਲਿਖੀ ਕਵਿਤਾ ਤੁਹਾਡੇ ਸਾਰਿਆਂ ਦਰਮਿਆਨ ਪੇਸ਼ ਕਰਨ ਜਾ ਰਿਹਾ। ਆਸ ਕਰਦਾ ਤੁਹਾਨੂੰ ਸਭ ਨੂੰ ਚੰਗੀ ਲੱਗੇ। ਕਿ ਚੱਲ ਕੋਈ ਐਸਾ ਧਰਮ ਬਣਾਈਏ, ਚੱਲ ਕੋਈ ਐਸਾ ਧਰਮ ਬਣਾਈਏ ਕਿ ਜਿੱਥੇ ਅੱਡ ਅੱਡ ਨਾ ਰੱਬ ਹੋਵੇ, ਜਿੱਥੇ ਅੱਡ ਅੱਡ ਨਾ ਰੱਬ ਹੋਵੇ, ਜਿੱਥੇ ਜਾਤ ਪਾਤ ਦਾ ਨਾ ਜੱਬ ਹੋਵੇ, ਜਿੱਥੇ ਅੱਡ ਅੱਡ ਨਾ ਰੱਬ ਹੋਵੇ, ਜਿੱਥੇ ਜਾਤ ਪਾਤ ਦਾ ਨਾ ਜੱਬ ਹੋਵੇ, ਜਿੱਥੇ ਇਨਸਾਨੀਅਤ ਦੀ ਮੂਲ ਪਛਾਣਨ, ਫਿਰ ਉੱਥੇ ਸੀਸ ਝੁਕਾਈਏ। ਚੱਲ ਕੋਈ ਐਸਾ ਧਰਮ ਬਣਾਈਏ, ਚੱਲ ਕੋਈ ਐਸਾ ਧਰਮ ਬਣਾਈਏ ਕਿ ਜਿੱਥੇ ਮਸਜਿਦ ਨਾ ਮੰਦਰ ਹੋਵੇ, ਜਿੱਥੇ ਮਸਜਿਦ ਨਾ ਮੰਦਰ ਹੋਵੇ, ਜਿੱਥੇ ਰੱਬ ਸਭਨਾਂ ਦੇ ਅੰਦਰ ਹੋਵੇ, ਜਿੱਥੇ ਮਸਜਿਦ ਨਾ ਮੰਦਰ ਹੋਵੇ, ਜਿੱਥੇ ਰੱਬ ਸਭਨਾਂ ਦੇ ਅੰਦਰ ਹੋਵੇ। ਕਿ ਵੰਡੇ ਹੋਏ ਸਭ ਵਰਗਾਂ ਨੂੰ, ਵੰਡੇ ਹੋਏ ਸਭ ਵਰਗਾਂ ਨੂੰ ਫਿਰ ਪਿਆਰ ਨਾਲ ਸਮਝਾਈਏ। ਚੱਲ ਕੋਈ ਐਸਾ ਧਰਮ ਬਣਾਈਏ, ਚੱਲ ਕੋਈ ਐਸਾ ਧਰਮ ਬਣਾਈਏ ਕਿ ਜਿੱਥੇ ਲੋਕਾਂ ਦੇ ਵਿੱਚ ਸਬਰ ਹੋਵੇ, ਜਿੱਥੇ ਲੋਕਾਂ ਦੇ ਵਿੱਚ ਸਬਰ ਹੋਵੇ, ਜਿੱਥੇ ਬੰਦੇ ਬੰਦੇ ਦੀ ਕਦਰ ਹੋਵੇ, ਜਿੱਥੇ ਲੋਕਾਂ ਦੇ ਵਿੱਚ ਸਬਰ ਹੋਵੇ, ਜਿੱਥੇ ਬੰਦੇ ਬੰਦੇ ਦੀ ਕਦਰ ਹੋਵੇ। ਫਿਰ ਵਿਹੜੇ ਅਸੀਂ ਇਕੱਠੇ ਬਹਿ ਕੇ ਖੁਸ਼ੀਆਂ ਦੇ ਨਗਮੇ ਗਾਈਏ। ਚੱਲ ਕੋਈ ਐਸਾ ਧਰਮ ਬਣਾਈਏ, ਚੱਲ ਕੋਈ ਐਸਾ ਧਰਮ ਬਣਾਈਏ ਕਿ ਜਿੱਥੇ ਪਸ਼ੂ ਪੰਛੀ ਤੇ ਰੁੱਖ ਹੋਵਣ, ਜਿੱਥੇ ਪਸ਼ੂ ਪੰਛੀ ਤੇ ਰੁੱਖ ਹੋਵਣ, ਜਿੱਥੇ ਸਭਨਾ ਵੇੜੇ ਸੁੱਖ ਹੋਵਣ। ਕਿ ਗੁਰੀ ਕਰ ਆਈਆਂ ਖੁਸ਼ੀਆਂ ਨੂੰ, ਕਰ ਆਈਆਂ ਖੁਸ਼ੀਆਂ ਨੂੰ ਰਲ ਸਭਨਾ ਨਾਲ ਮਨਾਈਏ। ਚੱਲ ਕੋਈ ਐਸਾ ਧਰਮ ਬਣਾਈਏ, ਚੱਲ ਕੋਈ ਐਸਾ ਧਰਮ ਬਣਾਈਏ, ਚੱਲ ਕੋਈ ਐਸਾ ਧਰਮ ਬਣਾਈਏ। ਧੰਨਵਾਦ। ਸੋ ਗੁਰਵਿੰਦਰ ਸਿੰਘ ਨੇ ਆਪਣੀ ਲਿਖਤ ਦੁਆਰਾ ਸਭ ਧਰਮਾਂ ਨੂੰ ਸਤਿਕਾਰਦੇ ਹੋਏ ਇਨਸਾਨੀਅਤ ਦੇ ਧਰਮ ਨੂੰ ਸਰਵੋਤਮ ਮੰਨਿਆ ਹੈ ਤੇ ਇਹਨਾਂ ਦੀ ਇਸ ਕਵਿਤਾ ਨੂੰ ਬਹੁਤ ਸਰਾਹੁੰਦੇ ਹਾਂ। ਇਹਨਾਂ ਤੋਂ ਬਾਅਦ ਤਰਨਜੀਤ ਸਿੰਘ, MA ਮਿਊਜ਼ਿਕ ਦਾ ਵਿਦਿਆर्थी, जो कि अपनी लिखत लेके साढ़े दरम्यान पेश हो रहे हैं। बड़े ही पत्थर दिल होते हैं शायर, कवि या जो भी उनकी किस्म है, जैसा भी वो लिखते हैं, अपनी नज़में लिखें, कविताएं लिखें, जो शायरी लिखें, जो भी लिख रहे हैं, तो बड़े ही पत्थर दिल होते हैं शायर, वरना अपनी आह में किसी की बात सुनना आसान नहीं है। मैं अजीब क्यों हूँ, तो मैंने लिखा ना मेरे कोई करीब है, ना मैं किसी के करीब हूँ, ना मेरे कोई करीब है, ना मैं किसी के करीब हूँ, शायद इसलिए मैं थोड़ा सा अजीब हूँ। ना मेरे कोई करीब है, ना मैं किसी के करीब हूँ, शायद इसीलिए थोड़ा सा अजीब हूँ। ना मैं किसी का हबीब हूँ,
और ना ही किसी का रकीब हूँ, ना मैं किसी का हबीब हूँ और ना ही किसी का रकीब हूँ, फिर भी लगने लगा है मुझे जैसे बंदा मैं असीर हूँ। शायद इसीलिए मैं थोड़ा सा अजीब, ना मैं अमीर हूँ ना मैं गरीब हूँ और ना ही फकीर हूँ, लेकिन जो समझ ना आए एक ऐसी तस्वीर हूँ। शायद इसीलिए मैं थोड़ा सा अजीब, मेरा ना कोई अपना था और ना कोई अपना है और ना कोई उम्मीद करता हूँ अपना होगा, क्योंकि मैं इस दुनिया से बेउम्मीद हूँ। शायद इसीलिए मैं थोड़ा सा अजीब। और 2 दिन बीते 3 दिन बीते तो अंदर से एक ख्याल आया, उसको मैंने लिखा, दोपहर का टाइम था। लाख कोशिशों करने के बाद जाना जब सोचा मैंने कि तू कैसा ख्याल है जो ऐसा कह रहा है कुछ दिनों से, तू कैसा ख्याल है जो मुझे ऐसा कह रहा है, तो अंदर से आवाज आई, दुनिया वालों के लिए तू जरूर अजीब है, लेकिन मैं तेरे सबसे करीब हूं क्योंकि मैं तेरा नसीब हूं। ਸੋ ਇਹਨਾਂ ਤੋਂ ਬਾਅਦ ਅਸੀਂ ਬੁਲਾਵਾਂਗੇ ਤਰਨਦੀਪ, ਜਿਨ੍ਹਾਂ ਦੀ ਲਿਖਤ ਹੈ ਹਕੀਕਤ। ਇਹਨਾਂ ਦੀ ਜ਼ੋਰਦਾਰ ਤਾੜੀਆਂ। ਇਹਦਾ ਨਾਮ ਹੈ ਜੀ ਹਕੀਕਤ। ਮੈਂ ਸੜਕਾਂ ਤੇ ਜ਼ਿੰਦਗੀ ਵਸਦੀ ਦੇਖੀ, ਮੈਂ ਖੰਡਰਾਂ 'ਚ ਰੌਣਕ ਹੱਸਦੀ ਵੇਖੀ। ਮੈਂ ਸੜਕਾਂ ਤੇ ਜ਼ਿੰਦਗੀ ਵਸਦੀ ਦੇਖੀ, ਮੈਂ ਖੰਡਰਾਂ 'ਚ ਰੌਣਕ ਹੱਸਦੀ ਵੇਖੀ। ਮਕਾਨ ਵੇਖੇ ਜਿੱਥੇ ਚੀਖਾਂ ਚੁੱਪ ਸੀ ਮਾਰਦੀ, ਦੀਵਾਰਾਂ ਮੂੰਹ ਨੂੰ ਸੀ ਹਾਕਾਂ ਦਿੰਦੀਆਂ। ਲੋਕਾਈ 'ਚ ਕੰਨਾਂ ਨੂੰ ਅਸੀਂ ਦੀ ਗੂੰਜ ਨਹੀਂ ਸੁਣੀ, ਸੁਣਿਆ ਤੇ ਮੈਂ ਸੀ ਸੀਨਾ ਠਾਰਦੀ। ਨਿਮਰਤਾ ਨੂੰ ਮਾਰ ਹਉਮੈ ਜਮੀਲ ਸੀ ਚਾਰਦੀ। ਰੱਬ ਸਭ ਦਾ ਤੇ ਸਭ ਵਿੱਚ ਹੈ, ਸਾਡਾ ਬਣਾ ਲਿਆ। ਝੂਠ ਦੀ ਪੂੰਜੀ ਜੋੜੀ ਗਏ ਤੇ ਸੱਚ ਦਾ ਆਨਾ ਗਵਾ ਲਿਆ। ਲੋਕਾਂ ਲਈ ਗਿੱਲੀ ਮਿੱਟੀ ਚਿੱਕੜ ਹੈ ਤੇ ਉਂਝ ਇਹਨਾਂ ਦੇ ਰੱਬ ਪੱਥਰਾਂ 'ਚ ਬੋਲਦੇ ਨੇ। ਕਹਿੰਦੇ ਨੇ ਇੱਕੋ ਰੰਗ ਅੱਲਾ ਦੇ ਸਾਰੇ ਤੇ ਮਸਜਿਦ ਵੀ ਜਾਤ ਵੇਖ ਖੋਲਦੇ ਨੇ। ਗ੍ਰੰਥਾਂ 'ਚੋਂ ਪੜਨ ਨੂੰ ਗਿਆਨ ਨਹੀਂ ਕਹਿੰਦੇ ਤੇ ਘਰ 'ਚ ਬੁਢੇਪੇ ਦੀ ਇੱਕ ਨਹੀਂ ਸਹਿੰਦੇ। ਇਹ ਲੋਕ ਘਰ 'ਚ ਬੁਢੇਪੇ ਦੀ ਇੱਕ ਨਹੀਂ ਸਹਿੰਦੇ। ਜਿਨ੍ਹਾਂ ਨੇ ਕੰਧਾਂ ਉਸਾਰੀਆਂ ਉਹਨਾਂ ਨੂੰ ਘਰ ਨਹੀਂ ਮਿਲੇ, ਜਿਨ੍ਹਾਂ ਨੂੰ ਘਰ ਮਿਲੇ ਉਹਨਾਂ ਨੂੰ ਪਰਿਵਾਰ ਨਹੀਂ ਮਿਲੇ। ਜ਼ਮੀਨਾਂ ਮਾਂ-ਬਾਪ ਤੋਂ ਵੱਡੀਆਂ ਹੋ ਗਈਆਂ, ਧੀਆਂ ਕਲੈਣੀਆਂ ਪੁੱਤ ਕਪੁੱਤ ਹੋਏ। ਘਰ 'ਚ ਰੱਬ ਦੀਆਂ ਪਾ ਕੇ ਵੰਡੀਆਂ, ਕਹਿੰਦੇ ਤੀਰਥਾਂ ਤੇ ਜਾ ਕੇ ਪਾਪ ਨੇ ਧੋਏ। ਸ਼ਰਿਆਮ ਜੁਰਮ ਦੇ ਝੰਡੇ ਨੇ ਝੂਲਦੇ, ਸ਼ਸਤਰਾਂ ਨੂੰ ਲੋਕ ਸ਼ਰਿਆਮ ਜੁਰਮ ਦੇ ਝੰਡੇ ਨੇ ਝੂਲਦੇ। ਰੁਤਬੇ ਲਈ ਝੱਟ ਦਰਵਾਜ਼ੇ ਨੇ ਖੁੱਲਦੇ। ਪੈਸੇ ਦੇ ਰੋਬ ਨੇ ਹੁਨਰ ਦਬਾ ਲਿਆ, ਸ਼ਸਤਰਾਂ ਨੂੰ ਲੋਕਾਂ ਅਤਵਾਦ ਬਣਾ ਲਿਆ। ਪੈਸੇ ਦੇ ਰੋਬ ਨੇ ਹੁਨਰ ਦਬਾ ਲਿਆ, ਸ਼ਸਤਰਾਂ ਨੂੰ ਲੋਕਾਂ ਅਤਵਾਦ ਬਣਾ ਲਿਆ। ਧੀਆਂ ਦੀ ਉਮਰ 4 ਦੀਵਾਰੀ 'ਚ ਰੁੱਲ ਗਈ, ਮਾਵਾਂ ਨੂੰ ਸਮਾਜ ਦੇ ਡਰ ਨੇ ਖਾ ਲਿਆ। ਜਿਹੜੇ ਕਹਿੰਦੇ ਨੇ ਰੀਤ ਸਮਾਜ ਦੀ ਇਹੀਓ ਰਹਿਣੀ ਹੈ, ਉਹਨਾਂ ਨੂੰ ਮੈਂ ਬਸ ਇੱਕੋ ਗੱਲ ਕਹਿਣੀ ਹੈ, ਸਮੁੰਦਰ ਕਦੇ ਵੀ ਸੁੱਕਦੇ ਨਹੀਂ ਹੁੰਦੇ, ਫੁੱਲਾਂ ਦੇ ਰੰਗ ਕਦੇ ਮੁੱਕਦੇ ਨਹੀਂ ਹੁੰਦੇ। ਸਮੁੰਦਰ ਕਦੇ ਵੀ ਸੁੱਕਦੇ ਨਹੀਂ ਹੁੰਦੇ, ਫੁੱਲਾਂ ਦੇ ਰੰਗ ਕਦੇ ਮੁੱਕਦੇ ਨਹੀਂ ਹੁੰਦੇ। ਅਸਮਾਨ 'ਚ ਧਰਤੀ ਦੇ ਰੰਗ ਨਹੀਂ ਰਲਦੇ ਤੇ ਰੌਸ਼ਨੀ ਦੇ ਦੀਵੇ ਸੰਦੂਕਾਂ 'ਚ ਨਹੀਂ ਬਲਦੇ, ਰੌਸ਼ਨੀ ਦੇ ਦੀਵੇ ਸੰਦੂਕਾਂ 'ਚ ਨਹੀਂ ਬਲਦੇ। ਥੈਂਕ ਯੂ ਐਵਰੀਵਨ। ਗੱਲਾਂ ਵਿੱਚ ਖੋਟ ਅਤੇ ਕੁਝ ਖਰੀਆਂ ਨੇ ਕਿ ਤਾਰਿਆਂ ਨੇ ਵੀ ਆਪਣਾ ਫਰਜ਼ ਨਿਭਾ ਦਿੱਤਾ, ਚੰਦਰਮਾ ਨੇ ਆਪਣਾ ਕਰਜ਼ ਉਤਾਰ ਦਿੱਤਾ ਕਿ ਕੁਝ ਅਫਸਾਨੇ ਆਪ ਲਿਖਾਏ ਪਰੀਆਂ ਨੇ। ਗੀਤਾਂ ਗਜ਼ਲਾਂ ਦੇ ਨਾਲ ਜੇਬਾਂ ਭਰੀਆਂ ਨੇ, ਕੁਝ ਗੱਲਾਂ ਵਿੱਚ ਖੋਟ ਅਤੇ ਕੁਝ ਖਰੀਆਂ ਨੇ। ਇਹਨਾਂ ਦੀ ਜ਼ੋਰਦਾਰ ਤਾੜੀਆਂ ਜਿਨ੍ਹਾਂ ਨੇ ਕਵਿਤਾਵਾਂ ਸਾਡੇ ਨਾਲ ਪੇਸ਼ ਕੀਤੀਆਂ। ਤੇ ਇੱਕ ਕਵਿਤਾ ਮੈਂ ਆਪਣੀ ਪੇਸ਼ ਕਰਾਂਗੀ ਜਿਹਦਾ ਨਾਮ ਹੀ ਟਾਈਟਲ ਕਹਾਂਗੇ ਆਪਾਂ ਉਹਨੂੰ ਕਵਿਤਾ। ਤੇ ਜੋ ਮੈਂ ਸਿੱਖਿਆ ਜ਼ਿੰਦਗੀ ਦੇ ਵਿੱਚ ਤੇ ਉਹਨੂੰ ਆਪਣੇ ਸ਼ਬਦਾਂ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਤਰੀਕੇ ਨਾਲ ਲਿਖਿਆ ਉਹ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਬਿਆਨ ਕਰਨਾ ਚਾਹਾਂਗਾ ਕਿ ਖੁਦ ਨਾਲ ਜੁੜਨਾ ਪੈਂਦਾ ਏ, ਕਈ ਪਾਸਿਓਂ ਮੁੜਨਾ ਪੈਂਦਾ ਏ। ਖੁਦ ਨਾਲ ਜੁੜਨਾ ਪੈਂਦਾ ਏ, ਕਈ ਪਾਸਿਓਂ ਮੁੜਨਾ ਪੈਂਦਾ ਏ। ਲੋਕਾਂ ਤੋਂ ਥੁੜਨਾ ਪੈਂਦਾ ਏ, ਸ਼ਬਦਾਂ ਵਿੱਚ ਗੁੜਨਾ ਪੈਂਦਾ ਏ। ਜੀਤਾ ਦੀ ਸ਼ਾਇਰੀ ਆ ਬੋੜਦੀ ਹੈ ਕਿ ਸੋਚ ਵਿਚਾਰ ਕਮਾਲ ਜੇ ਹੋਣ, ਮਨ ਚੋਂ ਉੱਠਦੇ ਖਿਆਲ ਜੇ ਹੋਣ, ਜਜ਼ਬੇ ਅੱਗਾਂ ਬਾਲ ਜੇ ਹੋਣ, ਬੁਰਿਆਈਆਂ ਨੂੰ ਟਾਲ ਜੇ ਹੋਣ, ਪਰ ਮੁਰਸ਼ਿਦ ਸੱਚੇ ਨਾਲ ਵੀ ਹੋਣ। ਤਦ ਸ਼ਾਇਰੀਆ ਬੋੜਦੀ ਹੈ ਕਿ ਕੁਦਰਤ ਦੇ ਨਾਲ ਪਿਆਰ ਵੀ ਹੋਵੇ, ਸਾਹਿਤ ਦਾ ਸਤਿਕਾਰ ਵੀ ਹੋਵੇ, ਲਫ਼ਜ਼ਾਂ ਦਾ ਭੰਡਾਰ ਵੀ ਹੋਵੇ, ਦਿਲ ਦਾ ਵਿਹੜਾ ਤਿਆਰ ਵੀ ਹੋਵੇ, ਪਰ ਖੁੱਲਿਆ ਦਰ ਇਕਸਾਰ ਵੀ ਹੋਵੇ। ਤਦ ਸ਼ਾਇਰੀਆ ਬੋੜਦੀ ਹੈ ਕਿ ਇੱਕੋ ਪਾਸਾ ਕਰ ਵੀ ਹੋਵੇ, ਦਰਦ ਮੁਸੀਬਤ ਜਰ ਵੀ ਹੋਵੇ, ਕਿ ਸੁਪਨਿਆਂ ਵਾਲਾ ਘਰ ਵੀ ਹੋਵੇ, ਕਿ ਭਾਦੋ ਮਹੀਨੇ ਠਰ ਵੀ ਹੋਵੇ, ਪਰ ਪੀਰਾਂ ਦਿੱਤਾ ਵਰ ਵੀ ਹੋਵੇ। ਤਦ ਸ਼ਾਇਰੀਆ ਬੋੜਦੀ ਹੈ ਕਿ ਕਦੇ ਕਿਸੇ ਦਾ ਹੱਕ ਨਾ ਰੱਖੀ, ਮਿਹਨਤ ਕਰਕੇ ਸ਼ੱਕ ਨਾ ਰੱਖੀ, ਫਿਤਰਤ ਫੱਟੇ ਚੱਕ ਨਾ ਰੱਖੀ, ਦਿਲ ਦਿਮਾਗ ਨੂੰ ਵੱਖ ਨਾ ਰੱਖੀ, ਪਰ ਹਰ ਪ੍ਰੀਤ ਦਾ ਪੱਖ ਨਾ ਰੱਖੀ। ਤਦ ਸ਼ਾਇਰੀਆ ਬੋੜਦੀ ਹੈ ਕਿ ਦਸਾਂ ਨੋਹਾਂ ਦੀ ਕਰਕੇ ਖਾਈ, ਗੁਰੂ ਗੋਲਕ ਦਸਵੰਧ ਵੀ ਪਾਈ,
कि एक ओंकार दी महिमा गाई, जो इच्छा सोई पल पाई, शब्द देव दा नानक साई, तद शायरी अबौड़दी है कि सुरां नाल भी प्यार चाहिदा, झरनियां दा झणकार चाहिदा, ख्याल दा उच्चा म्यार चाहिदा, कि लख करोड़ विचार चाहिदा, गुर ज्ञान सदाचार चाहिदा, आचार अते सदाचार चाहिदा, मरिया होया हंकार चाहिदा, पर घड़िया होया किरदार चाहिदा। तद शायरी अबौड़दी है कि रोम रोम विच गुंजे तू ही, मन दे हर एक खुंजे तू ही, देह आत्मा पुज्जे तू ही, पहले तू ही दूजे तू ही, भेद अनोखे गुज्जे तू ही, तैनू हरथां सुझे तू ही, तू ही तू ही तू ही। तद शायरी अबौड़दी है, तद शायरी अबौड़दी है। बहुत बहुत शुक्रिया। ਇਹਨਾਂ ਤੋਂ ਬਾਅਦ ਅਸੀਂ ਬੁਲਾਉਣਾ ਚਾਹਾਂਗੇ ਮਨਪ੍ਰੀਤ ਕੌਰ ਜੋ ਕਿ BA ਭਾਗ ਤੀਜਾ ਦੇ ਵਿਦਿਆਰਥਣ ਹਨ। ਸਤਿ ਸ਼੍ਰੀ ਅਕਾਲ, ਰਾਮ ਰਾਮ, ਆਦਾਬ। ਜਾਂ ਤੁਸੀਂ ਆਪਣੇ ਆਪਣੇ ਧਰਮ ਦੇ ਹਿਸਾਬ ਨਾਲ ਮੇਰਾ ਸਲਾਮ ਕਬੂਲ ਕਰੋ। ਅੱਜ ਮੈਂ ਤੁਹਾਡੇ ਸਾਹਮਣੇ ਬੋਲਣ ਜਾ ਰਹੀ ਹਾਂ ਮੇਰੇ ਅਲਫਾਜ਼ ਜੋ ਕਿ ਬਿਆਨ ਕਰਦੇ ਨੇ ਹਰ ਇੱਕ ਕੁੜੀ ਦੇ ਜਜ਼ਬਾਤ। ਮੇਰੀ ਰੂਹ ਮੇਰਾ ਰਾਂਝਾ ਤੇ ਮੇਰਾ ਨਾਂ ਹੀ ਹੀਰੇ, ਮੇਰੀ रूह मेरा रांझा ते मेरा ना ही हीरे, चन्न ते नहीं ओ तो भी ऊपर जाना, पर लोकां ने दरवाजे ते खिंची लकीरे। अग वांगू साड़ दिनी आ मैं, अग वांगू साड़ दिनी आ मैं, पर कदे कदे लगदा कि यही मेरी तकदीर है। हथ भज्जण मेरे कम नू, हथ भज्जण मेरे कम नू, पर थल्ले पैरी बन्नी जंजीरे। सुन सजना मेरा दिल अमीरे, मेरी रूह फकीरे, बस कुड़िया पर ये गलती मेरी नहीं, दोषी मेरा शरीर है, दोषी मेरा शरीर है। थैंक यू सर। ਇਹ ਸੀਗੇ ਮਨਪ੍ਰੀਤ ਕੌਰ ਜਿਨ੍ਹਾਂ ਨੇ ਕਿ ਆਪਣੀ ਕੁੜੀ ਹੋਣ ਦਾ ਇੱਕ ਜਜ਼ਬਾਤ ਜੋ ਸੀ ਆਪਣੀ ਕਵਿਤਾਵਾਂ ਦੁਆਰਾ ਪੇਸ਼ ਕੀਤੇ। ਤੇ ਮੈਂ ਇੱਕ ਛੋਟੀ ਦੋ ਲਾਈਨਾਂ ਇਹਨਾਂ ਵਾਸਤੇ ਬੋਲਣਾ ਚਾਹਾਂਗਾ ਕਿ ਕਿਤਾਬਾਂ ਅਤੇ ਕੁੜੀਆਂ ਤੋਂ ਸੱਖਣੇ ਜੋ ਘਰ ਨੇ, ਕਿਤਾਬਾਂ ਅਤੇ ਕੁੜੀਆਂ ਤੋਂ ਸੱਖਣੇ ਜੋ ਘਰ ਨੇ, ਉਹ ਘਰ ਕਾਦੇ ਘਰ ਨੇ, ਉਹ ਦਰ ਕਾਦੇ ਦਰ ਨੇ। ਸੋ ਜ਼ੋਰਦਾਰ ਤਾੜੀ। ਇਹਨਾਂ ਤੋਂ ਬਾਅਦ ਮੈਂ ਬੁਲਾਉਣਾ ਚਾਹਾਂਗਾ ਤਰਸ਼ ਸੇਠੀ, ਉਹਨਾਂ ਦੀ ਜ਼ੋਰਦਾਰ ਤਾੜੀ। कि गुरूर की जंजीरें जो तोड़ दे वो हथियार रब है, गुरूर की जंजीरें जो तोड़ दे वो हथियार रब है, महसूस ना हो मगर जो असर कर दे वो वार रब है, मंजिलों तक जो साथ दे वो राह रब है, मंजिलों तक जो साथ दे वो राह रब है, गिरे जो कभी तो जो सहारा दे वो हाथ रब है, यूं गुनाहों को जो माफ कर दे वो यार रब है, यूं गुनाहों को जो माफ कर दे वो यार रब है, देखे ना दिखे फिर भी जो मौजूद रहे वो प्यार रब है। मैंने लिखी है डर के बारे में लिखा है कि कैसा हमारे अंदर डर बदलता है, एक बचपन का जो डर होता है, भोलेपन का डर, और एक जो बड़े होने लगते हैं, चीज़ें देखने लगते हैं, तब क्या डर रहता है। तो मैंने लिखा है बचपन के भोलेपन में कभी आंखें बंद होती थी तो डर लगता था कि अंधेरे में कहीं भूत ना दिख जाए, आज आंखें बंद होती हैं तो डर लगता है कि कहीं आंखें ही ना खुल जाएं, बंद आंखों में अपनी सच्चाई ना दिख जाए, रास्तों पर चलते थे तो माँ बाप का हाथ थाम लेते थे, डर लगता था कि डगमगाकर कहीं गिर ना जाए, आज जिंदगी की राह पर जब रब हाथ बढ़ाता है तो डर लगता है कि कहीं अपनी ही नजरों में न गिर जाए, कहीं अपनी ही बुराइयों से रूबरू न हो जाए। नजरों से जब अपने दूर होते थे, नजरों से जब अपने दूर होते थे तो डर लगता था कि कहीं साथ ना छूट जाए, आज भी गलती से जब रब की मंजिल की ओर चल देते हैं तो डर लगता है कि कहीं अपने अहंकार से दूर ना हो जाए, कहीं अपने झूठे दिलासे से ना बिछड़ जाए। जब कपड़े गंदे होने पर कहीं छुप से जाते थे, डर लगता था कि माँ डांटने न लग जाए। आज भी जब अपने मन की चादर देखते हैं तो छुपने की ही कोशिश करते हैं, डर लगता है कि यह मेरी चादर रब को ना दिख जाए, बुरे कर्मों का हिसाब उस खुदा को ना मिल जाए।
बुरे कर्मों का हिसाब उस खुदा को ना मिल जाए। थैंक यू। आज की ये महफिल थी, कवि सम्मेलन था। इसका मुख्य उद्देश्य था कि हमारे चारों भाषाओं में था, उर्दू, हिंदी और इंग्लिश और पंजाबी, सब में था। तो किसी ने खूब कहा है, बस मैं वो 2 लाइनें चंद बोलना चाहूँगा। हम क्या बनाने आए थे और क्या बना बैठे, हम क्या बनाने आए थे और क्या बना बैठे, इधर मंदिर उधर मस्जिद, कहीं गुरुद्वारा गिरजा बना बैठे। हमसे अच्छी जात तो परिंदों की, हमसे अच्छी जात तो परिंदों की, कभी मस्जिद कभी मंदिर पर जा बैठे। चीज मुल मिल जाती हानियों, हर चीज मुल मिल जाती हानियों, पर यार नहीं मिलते बाजार चों, यार नहीं मिलते बाजार चों। ਤੇ ਸੋ ਸਾਡੀ ਆਖਰੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਆਪਣੀ ਕਵਿਤਾ ਸਾਡੇ ਦਰਮਿਆਨ ਪੇਸ਼ ਕਰਨੀ ਹੈ, ਜਿਸ ਦਾ ਟਾਈਟਲ ਹੈ ਪੈਸਾ। ਸੋ ਇਹਨਾਂ ਲਈ ਜ਼ੋਰਦਾਰ ਤਾੜੀਆਂ ਨਾਲ ਪੈਸੇ ਲਈ ਚਾਹੀਦੇ। ਤੂੰ ਕਾਦਾ ਕਰਦਾ ਮਾਣ ਬੰਦਿਆ, ਮੇਰੇ ਬਿਨ ਤੇਰੀ ਨਾ ਸ਼ਾਨ ਬੰਦਿਆ। ਮੈਂ ਰਿਸ਼ਤੇ ਗੂੜੇ ਵੀ ਫਿੱਕੇ ਕਰ ਦੇਣਾ, ਮੈਂ ਬੰਦੇ ਨਰਮ ਜਿਹੇ ਵੀ ਤਿੱਖੇ ਕਰ ਦੇਣਾ। ਇੰਨਾ ਵੱਡਾ ਬਣਾਇਆ ਤੁਸਾਂ ਨੇ, ਤਾਂ ਹੀ ਮੈਂ ਹੰਕਾਰ ਸਕਦਾ ਹਾਂ। ਮੈਂ ਪੈਸਾ ਹਾਂ, ਕਾਗਜ਼ ਜੈਸਾ ਹਾਂ, ਜਿਹੜਾ ਰੱਬ ਅੱਗੇ ਝੁਕਦਾ, ਬਾਕੀ ਸਭ ਨੂੰ ਮਾਰ ਸਕਦਾ ਹਾਂ। ਮੇਰੇ ਕਰਕੇ ਜ਼ਿੰਦਗੀ ਦੇ ਰਾਹ ਰੁਕਦੇ, ਮੇਰੇ ਅੱਗੇ ਸਾਰੇ ਆ ਝੁਕਦੇ। ਮੇਰੇ ਕਰਕੇ ਕਈਆਂ ਦੇ ਦਿਲ ਦੁਖਦੇ, ਮੇਰੇ ਕਰਕੇ ਕਈਆਂ ਦੇ ਸਾਹ ਮੁੱਕਦੇ। ਚੋਟੀ ਦੀ ਚੋਟੀ ਨੂੰ ਮੈਂ ਪਲ ਵਿੱਚ ਉਜਾੜ ਸਕਦਾ ਹਾਂ। ਮੈਂ ਪੈਸਾ ਹਾਂ, ਕਾਗਜ਼ ਜੈਸਾ ਹਾਂ, ਜਿਹੜਾ ਰੱਬ ਅੱਗੇ ਝੁਕਦਾ, ਬਾਕੀ ਸਭ ਨੂੰ ਮਾਰ ਸਕਦਾ ਹਾਂ। ਮੈਂ ਹੀ ਇਨਸਾਨੀਅਤ ਨੂੰ ਮਾਰਿਆ, ਮੈਂ ਹੀ ਸਭ ਨੂੰ ਲਾਲਚਾਂ 'ਚ ਡੁਬੋਇਆ ਏ। ਅਮੀਰ ਲੋਕ ਵੇਖ ਆਏ ਤੇ ਮੈਂ ਪਾਣੀ ਵੀ ਸਾੜ ਸਕਦਾ ਹਾਂ। ਮੈਂ ਪੈਸਾ ਹਾਂ, ਕਾਗਜ਼ ਜੈਸਾ ਹਾਂ, ਜਿਹੜਾ ਰੱਬ ਅੱਗੇ ਝੁਕਦਾ, ਬਾਕੀ ਸਭ ਨੂੰ ਮਾਰ ਸਕਦਾ ਹਾਂ। ਥੈਂਕ ਯੂ ਜੀ। ਸੋ ਇਹ ਸੀਗੇ ਸਾਡੇ ਅਖੀਰਲੇ ਵਿਦਿਆਰਥੀ ਜਿਨ੍ਹਾਂ ਨੇ ਕਿ ਆਪਣੀ ਕਵਿਤਾ ਦੁਆਰਾ ਪੈਸੇ ਦੀ ਅਹਿਮੀਅਤ ਨੂੰ ਦਰਸਾਇਆ। ਸੋ ਇਸ ਤੋਂ ਬਾਅਦ ਅਸੀਂ ਡਾਕਟਰ ਹਰਵਿੰਦਰ ਕੌਰ ਮੈਮ ਨੂੰ ਸਟੇਜ ਤੇ ਬੁਲਾਵਾਂਗੇ। ਸੋ ਜ਼ੋਰਦਾਰ ਤਾੜੀ ਨਾਲ ਸਵਾਗਤ ਕਰੋ। ਇਹ ਬਹੁਤ ਵਧੀਆ ਕੀਤਾ ਕਿ ਅਸੀਂ ਇਹਨੂੰ ਕੰਪੀਟੀਸ਼ਨ ਦਾ ਰੂਪ ਨਹੀਂ ਦਿੱਤਾ, ਨਹੀਂ ਤਾਂ ਇਹ ਸਾਡੇ ਲਈ ਬਹੁਤ ਔਖਾ ਹੋ ਜਾਂਦਾ, ਕਿਉਂਕਿ ਪਹਿਲੀ ਦੂਜੀ ਤੀਜੀ ਪੋਜੀਸ਼ਨ ਤੇ ਤੁਹਾਨੂੰ ਕੱਢਣਾ ਬਹੁਤ ਔਖਾ ਸੀ। ਸੋ ਤੁਹਾਡੇ ਸਾਰਿਆਂ ਲਈ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ਾਬਾਸ਼। ਸਾਰਿਆਂ ਦੀਆਂ ਕਵਿਤਾਵਾਂ ਬਹੁਤ ਵਧੀਆ ਕਵਿਤਾਵਾਂ। ਸਾਰੇ ਬੇਟੇ ਇਸ ਤਰ੍ਹਾਂ ਹੀ ਲਿਖਦੇ ਰਹੋ, ਜਿਵੇਂ ਕਿ ਮੈਂ ਸ਼ੁਰੂ 'ਚ ਕਿਹਾ ਸੀ ਕਿ ਹੋਰ ਅੱਛਾ ਉਦੋਂ ਲਿਖੋਗੇ ਜਦੋਂ ਹੋਰ ਅੱਛਾ ਪੜ੍ਹੋਗੇ। ਸੋ ਅੱਛੇ ਕਵੀ, ਅੱਛੀਆਂ ਲਿਖਤਾਂ, ਸਿਰਫ ਕਵਿਤਾਵਾਂ ਹੀ ਨਹੀਂ, ਅੱਛੇ ਲੋਕਾਂ ਦੀਆਂ ਜੀਵਨੀਆਂ, ਆਤਮ ਕਥਾਵਾਂ, ਉਹ ਵੀ ਸਾਰੇ ਕੁਝ ਪੜ੍ਹੋ। ਤੁਸੀਂ ਦੇਖੋ ਤੁਹਾਡੇ ਲਿਖਤ ਵਿੱਚ ਤੁਹਾਡੇ ਹੋਰ ਕਿੰਨਾ ਸੁਧਾਰ ਆਏਗਾ ਜਦੋਂ ਤੁਸੀਂ ਚੰਗਾ ਪੜ੍ਹਨਾ ਸਿੱਖੋਗੇ। ਹਰਪ੍ਰੀਤ ਸਿੰਘ ਜੀ ਦਾ